ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵੀ ਸਵਾਗਤ ਹੈ ਜੀ। ਕਿਸਾਨ ਅੰਦੋਲਨ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ 6 ਮਹੀਨੇ ਦੇ ਵਿੱਚ ਠੰਡ ਵੀ ਜਰੀ, ਮੀਂਹ ਹਨੇਰੀ ਵੀ ਚੱਲੀ ਤੇ ਕਹਿਰ ਦੀ ਗਰਮੀ ਵੀ ਚੱਲ ਰਹੇ ਨੇ, ਪਰ ਤਹੀਆ ਉਹੀ, ਹਿੰਮਤ ਉਹੀ, ਏਕਾ ਉਹੀ ਤੇ ਜਜ਼ਬਾ ਉਹੀ ਬਰਕਰਾਰ ਹੈ। ਤੇ ਇੱਕੋ ਸਵਾਲ ਕਿ 3 ਖੇਤੀ ਕਾਨੂੰਨ ਵਾਪਸ ਕਦੋਂ ਲਵੋਗੇ? ਜਦੋਂ ਵਾਪਸ ਲਵੋਗੇ ਤਦ ਘਰਾਂ ਨੂੰ ਮੁੜਾਂਗੇ। ਤੇ ਉਸ ਦੌਰਾਨ ਅੱਜ ਜਦੋਂ 26 ਮਈ ਨੂੰ ਜਾ ਕੇ 6 ਮਹੀਨੇ ਪੂਰੇ ਹੁੰਦੇ ਨੇ, ਦਿੱਲੀ ਦੇ ਸਿੰਘੂ, ਕੁੰਡਲੀ, ਟਿੱਕਰੀ, ਗਾਜੀਪੁਰ, ਸ਼ਾਹਜਹਾਂਪੁਰ, ਖੇੜਾ ਬਾਰਡਰਾਂ ਤੇ ਬੈਠੇ ਲੱਖਾਂ ਦੀ ਤਾਦਾਦ 'ਚ ਕਿਸਾਨਾਂ ਨੂੰ ਤਦੋਂ ਇੱਕ ਨਵਾਂ ਫੈਸਲਾ ਲੈ ਕੇ ਆਉਂਦੇ ਨੇ ਕਿ ਹੁਣ ਹਰ ਮਹੀਨੇ ਦੀ 26 ਤਰੀਕ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਨਾਇਆ ਕਰਾਂਗੇ, ਕੋਈ ਨਾ ਕੋਈ ਨਵੀਂ ਚੁਣੌਤੀ, ਨਵਾਂ ਟਾਸਕ ਲੈ ਕੇ ਆਇਆ ਕਰਾਂਗੇ ਜਦੋਂ ਤੱਕ ਸਰਕਾਰ ਨਹੀਂ ਚੁੱਕਦੀ। ਉਹਦੇ ਵਿੱਚੋਂ ਅਗਲਾ ਮਿਸ਼ਨ ਜੇ ਯੂਪੀ ਵੱਲ ਨੂੰ ਜਾਣ ਦਾ ਵੀ ਹੈ, ਉੱਤਰਾਖੰਡ ਵੱਲ ਨੂੰ ਜਾਣ ਦਾ ਵੀ ਹੈ, ਪੰਜਾਬ ਵੀ ਨਿਸ਼ਾਨੇ 'ਤੇ ਹੈ। ਤੇ ਇਹ ਸਭ ਨੂੰ ਦੇਖਦਿਆਂ ਕੇਂਦਰ ਸਰਕਾਰ ਵੀ ਅੰਦਰੋਂ ਦੀ ਰਣਨੀਤੀਆਂ ਘੜ ਰਹੀ ਹੈ। ਕਦੀ ਪਤਾ ਲੱਗਦਾ ਕਿ ਸੰਘ ਦੇ ਨਾਲ ਬੈਠਕਾਂ ਦਾ ਦੌਰ ਜਾਰੀ ਹੈ, ਕਦੀ ਪਤਾ ਲੱਗਦਾ ਸਰਬਿਆਂ 'ਤੇ ਨਜ਼ਰਸਾਨੀ ਹੈ। ਪਰ ਫਿਰ ਵੀ ਕਿਸਾਨਾਂ ਨੇ ਅੱਜ ਜਦੋਂ ਕਾਲਾ ਦਿਵਸ ਮਨਾਉਣ ਦੀ ਅਪੀਲ ਕੀਤੀ ਤਾਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੀ ਵੀ ਮਜਬੂਰੀ ਬਣੀ ਤੇ ਉਹਨਾਂ ਨੇ ਵੀ ਆਪੋ ਆਪਣੇ ਕੋਠਿਆਂ 'ਤੇ, ਆਪੋ ਆਪਣੀਆਂ ਗੱਡੀਆਂ 'ਤੇ ਕਾਲੇ ਝੰਡੇ ਲਾਏ। ਕੀ ਹੈ ਇਸ ਦਾ ਅਰਥ? ਕਿੱਥੇ ਤੱਕ ਜਾਏਗੀ ਇਹ ਅਸਰ ਦਾ ਇੱਕ ਗੱਲ? ਕਿੱਥੋਂ ਤੱਕ ਸਰਕਾਰ ਵੱਲ ਦੇਖਣਾ ਪਏਗਾ? ਕਦੋਂ ਤੱਕ ਝੁਕੇਗੀ ਮੋਦੀ ਸਰਕਾਰ? ਇਹ ਸਾਰੇ ਸਵਾਲ ਲੈ ਕੇ ਜਿੱਥੇ ਚਰਚਾ ਕਰਾਂਗੇ ਉੱਥੇ ਚਰਚਾ ਕੱਲ੍ਹ ਫਿਰ ਰੰਧਾਵੇ ਦੇ ਘਰੇ ਬੈਠਕ ਦੀ ਹੋਵੇ, ਚਾਹੇ ਮਨਪ੍ਰੀਤ ਵੱਲੋਂ ਨਿਰਮਲਾ ਸੀਤਾਰਮਨ ਨੂੰ ਲਿਖੀ ਚਿੱਠੀ ਦੀ ਹੋਵੇ, ਪੰਜਾਬ ਦੀ ਮੌਜੂਦਾ ਰਾਜਨੀਤਿਕ ਸਥਿਤੀ ਨੂੰ ਲੈ ਕੇ ਹੋਵੇ, ਗੱਲ ਉਹਦੇ ਪਰ ਵੀ ਕਰਾਂਗੇ। ਤੇ ਇਹ ਸਾਰੇ ਵਿਸ਼ਿਆਂ 'ਤੇ ਗੱਲਬਾਤ ਕਰਨ ਲਈ ਖੇਤੀ ਵਿਸ਼ਿਆਂ ਨਾਲ ਵੀ, ਸਮਾਜਿਕ ਮੁੱਦਿਆਂ ਨਾਲ ਵੀ ਤੇ ਰਾਜਨੀਤਿਕ ਪਹਿਲੂਆਂ 'ਤੇ ਵੀ ਨਜ਼ਰ ਰੱਖਣ ਵਾਲੇ, ਰਾਜਨੀਤਿਕ ਗਲਿਆਰਿਆਂ ਦੇ ਅੰਦਰ ਵੜ ਕੇ ਖਬਰ ਲੱਭ ਲਿਆਉਣ ਵਾਲੇ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਾਡੇ ਨਾਲ। ਇੰਦਰਪ੍ਰੀਤ ਭਾਜੀ, ਸਵਾਗਤ ਕਰ। ਥੈਂਕ ਯੂ ਜੀ ਭਾਜੀ। ਮੈਂ ਕਾਲੇ ਦਿਵਸ ਤੋਂ ਗੱਲ ਸ਼ੁਰੂ ਕਰਨੀ ਚਾਹੁੰਦਾ। 26 ਨਵੰਬਰ, 26 ਮਈ, ਪੂਰੇ 6 ਮਹੀਨੇ ਹੁੰਦੇ ਨੇ। ਲੰਘੀ 22 ਨੂੰ ਗੱਲਬਾਤ ਨੂੰ ਹੋਇਆ ਨੂੰ 4 ਮਹੀਨੇ ਹੋ ਜਾਂਦੇ ਨੇ। 22 ਜਨਵਰੀ ਤੋਂ ਬਾਅਦ ਸਰਕਾਰ ਨੇ ਮੁੜ ਕੇ ਗੱਲਬਾਤ ਦਾ ਸੱਦਾ ਨਹੀਂ ਦਿੱਤਾ। ਇਹਨਾਂ ਨੇ ਆਪਣੇ ਵੱਲੋਂ ਫਿਰ ਸੰਯੁਕਤ ਮੋਰਚੇ ਨੇ ਪਹਿਲ ਕੀਤੀ, ਚਿੱਠੀ ਵੀ ਲਿਖ ਦਿੱਤੀ, ਤਦ ਵੀ ਕੋਈ ਸੁੱਖ ਸੁਨੇਹਾ ਨਹੀਂ। ਅੱਜ ਦੇ ਕਾਲੇ ਦਿਵਸ ਨੂੰ ਤੇ ਸਰਕਾਰ ਦੀ ਇਸ ਬੇਰੁਖੀ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਂ ਸ਼ਾਇਦ ਤੁਹਾਨੂੰ ਪਹਿਲਾਂ ਵੀ ਇਸ ਪਲੇਟਫਾਰਮ 'ਤੇ 2-3 ਵਾਰੀ ਮੈਂ ਗੱਲ ਇਸ 'ਤੇ ਕਰ ਹੀ ਚੁੱਕਿਆ ਕਿ ਦੋਨੋਂ ਧਿਰਾਂ ਜਿਹੜੀਆਂ ਹੈਗੀਆਂ ਨੇ ਉਹ ਆਪਣੀ ਆਪਣੀ ਈਗੋ ਨੂੰ ਲੈ ਕੇ ਹੁਣ ਫਸੀਆਂ ਹੋਈਆਂ ਨੇ। ਜੇ ਤੁਸੀਂ ਕਿਸਾਨਾਂ ਦੇ ਪੱਖ ਤੋਂ ਗੱਲ ਕਰੋ ਤਾਂ ਕਿਸਾਨ ਕਹਿੰਦੇ ਕਿ ਤਿੰਨੋਂ ਕ੍ਰਿਸ਼ੀ ਕਾਨੂੰਨ ਜਿਹੜੇ ਹੈਗੇ ਉਹ ਰੱਦ ਕਰੋ। ਅਸੀਂ ਰੱਦ ਕਰੇ ਤੋਂ ਘੱਟੋ ਘੱਟ ਅਸੀਂ ਨਹੀਂ ਮੰਨ ਰਹੇ। ਸਰਕਾਰ ਕਹਿ ਰਹੀ ਹੈ ਵੀ ਤੁਸੀਂ ਰੱਦ ਨਾ ਕਰਾਓ, ਅਮੈਂਡ ਜਿੰਨੇ ਮਰਜ਼ੀ ਕਰਾ ਲਓ। ਤੇ ਹੁਣ ਸਿਰਫ ਉੱਥੇ ਹੀ ਫਸਿਆ ਹੋਇਆ ਹੈ, ਪੇਚ ਹੈ, ਪਹਿਲ ਕੌਣ ਕਰੇ? ਫਾਰਮਰ ਦੀ ਤੁਸੀਂ ਉਹ ਜੇ ਤੁਸੀਂ ਸੁਣੋ ਤਾਂ ਉਹ ਲਗਾਤਾਰ ਇਹ ਗੱਲ ਵੀ ਸਰਕਾਰ ਨੂੰ ਝੁਕਾ ਦੇਣਾ ਤੇ ਸਰਕਾਰ ਇਸ ਗੱਲ ਦੇ ਉੱਤੇ ਕਿ ਵੀ ਅਸੀਂ ਨਹੀਂ ਝੁਕਣਾ, ਜੋ ਮਰਜ਼ੀ ਕਰ ਲਓ ਤੁਸੀਂ, ਜੋ ਜਿੰਨਾ ਜੋ ਜੀ ਕਰਦਾ ਤੁਸੀਂ ਉਹ ਕਰੋ। ਤੁਸੀਂ ਅਗਰ ਤੁਸੀਂ 26 ਜਨਵਰੀ ਤੋਂ ਬਾਅਦ ਦਾ ਸਾਰਾ ਸਰਕਾਰ ਦੇ ਤੌਰ 'ਤੇ ਉਹ ਦੇਖਿਆ ਹੋਵੇ, ਉਹਨਾਂ ਦਾ ਵਿਊ, ਉਹਨਾਂ ਦਾ ਨਜ਼ਰੀਆ ਇਸ ਚੀਜ਼ ਨੂੰ ਲੈ ਕੇ, ਤਾਂ ਉਹ ਬਿਲਕੁਲ ਬੇਰੁਖਾ ਹੋ ਗਿਆ। ਪਹਿਲਾਂ ਤਾਂ ਉਹ ਗੱਲਬਾਤ ਕਰ ਰਹੇ ਸੀ, ਲਗਾਤਾਰ ਹੋ ਰਹੀ ਸੀ, ਫਿਰ ਝੁਕ ਵੀ ਰਹੇ ਸੀ, ਸਾਰੀਆਂ ਚੀਜ਼ਾਂ ਵੀ ਮੰਨ ਰਹੇ ਸੀ। ਉੱਥੇ ਉਹ ਕਿਸਾਨ ਮਤਲਬ ਹੋਰ ਮਤਲਬ ਜਿਵੇਂ ਕਿ ਨਾ ਹੋਰ ਪਹਿਲਾਂ ਤਾਂ ਇੱਦਾਂ ਸੀ, ਫਿਰ ਉਹ ਐਂ ਜੇ ਹੋਣ ਲੱਗ ਗਏ। ਜਦੋਂ 26 ਜਨਵਰੀ ਦੀ ਘਟਨਾ ਹੋਈ ਉਸ ਤੋਂ ਬਾਅਦ ਬਿਲਕੁਲ ਹੀ ਚੇਂਜ ਹੋ ਗਿਆ, ਸਾਰਾ ਸੀਨ ਹੀ ਚੇਂਜ ਹੋ ਗਿਆ। ਮਤਲਬ ਜੋ ਜਿੱਥੇ ਕਿਸਾਨ ਖੜੇ ਸੀ ਉੱਥੇ ਗਵਰਨਮੈਂਟ ਆ ਗਈ ਔਰ ਗਵਰਨਮੈਂਟ ਨੇ ਬੇਰੁਖੀ ਵਾਲਾ ਬਿਲਕੁਲ ਰੁਖ ਅਖਤਿਆਰ ਕੀਤਾ ਹੋਇਆ, ਤੁਸੀਂ ਦੇਖ ਰਹੇ ਹੋ। ਹੁਣ ਇਹਦੇ ਵਿੱਚ ਇੱਕ ਪਾਸੇ ਪੈਂਡੈਮਿਕ ਚੱਲੀ ਜਾ ਰਿਹਾ ਕੋਰੋਨਾ ਦਾ, ਔਰ ਇੱਕ ਤੁਸੀਂ ਸਾਰੇ ਉਹਨੂੰ ਕੰਟਰੀ ਨੂੰ ਲੋਕਡਾਊਨ ਵਾਲੀ ਸਥਿਤੀ 'ਚ ਲੈ ਕੇ ਗਏ ਹੋਏ ਹੋ ਵੀ ਇਸ ਕਰਕੇ ਵੀ ਯਾਰ ਇਹ ਜ਼ਿਆਦਾ ਫੈਲ ਰਿਹਾ, ਤੀਸਰੀ ਲਹਿਰ ਆ ਰਹੀ ਹੈ, ਉਸ ਤੋਂ ਪਹਿਲਾਂ ਸਾਨੂੰ ਤਿਆਰੀਆਂ ਕਰਨੀਆਂ ਪੈਣੀਆਂ। ਹਜੇ ਮੈਂ ਕਹਿ ਰਿਹਾ ਵੀ ਸਾਡੇ ਤੋਂ ਦੂਸਰੀ ਲਹਿਰ ਸੰਭਲ ਨਹੀਂ ਰਹੀ। ਠੀਕ ਹੈ, ਜੇ ਤੀਸਰੀ ਲਹਿਰ ਉਸ ਤੋਂ ਜ਼ਿਆਦਾ ਤੇਜ਼ ਹੋਈ ਦੂਸਰੀ ਵਾਲੀ ਨਾਲੋਂ ਤਾਂ ਫਿਰ ਉਹ ਤੁਸੀਂ ਕਿਵੇਂ ਸੰਭਾਲੋਗੇ? ਉਹ ਜਿਹੜਾ ਰੁਖ ਤੁਸੀਂ ਅਖਤਿਆਰ ਕੀਤਾ ਹੋਇਆ, ਹੁਣ ਅਸੀਂ ਚਾਹੇ ਕਹੀ ਜਾਈਏ ਵੀ ਯਾਰ ਕਰੋਨਾ ਉੱਥੇ ਨਹੀਂ ਫੈਲ ਰਿਹਾ ਕਿਸਾਨਾਂ ਦੇ ਉਹਦੇ 'ਚ, ਇਹ ਵੀ ਸਾਡੇ ਪੱਖੋਂ ਗਲਤ ਗੱਲ ਹੈ। ਕਿਉਂਕਿ ਜਿੱਥੇ ਇੱਕ ਵੀ ਕੇਸ ਆ ਗਿਆ ਉਹ ਨੈਚੁਰਲੀ ਹੈ, ਉਹ ਫੈਲਦਾ ਤਾਂ ਜਾਏਗਾ। ਠੀਕ ਹੈ ਕਿ ਮੇਰੀ ਇਮਿਊਨਿਟੀ ਬਹੁਤ ਸਟਰੋਂਗ ਹੋਏਗੀ ਤਾਂ ਮੈਨੂੰ ਨਹੀਂ ਪਤਾ ਚੱਲੇਗਾ, ਉਹ ਹੋ ਕੇ ਅੰਦਰੋਂ ਚਲਾ ਜਾਏਗਾ। ਲੇਕਿਨ ਹੋ ਸਕਦਾ ਵੀ ਉੱਥੇ ਕੋਈ ਕਮਜ਼ੋਰ ਸਰੀਰ ਵਾਲੇ ਵੀ ਬੈਠੇ ਹੋਣ, ਕੋਈ ਸ਼ੂਗਰ ਪੇਸ਼ੈਂਟ ਵੀ ਬੈਠੇ ਹੋਣ, ਕੋਈ ਹਾਰਟ ਦੇ ਪੇਸ਼ੈਂਟ ਵੀ ਬੈਠੇ ਹੋਣ, ਉਹ ਨਹੀਂ ਝੇਲ ਪਾਣਗੇ। ਜਿਹੜੇ 470 ਫਾਰਮਰ ਮਰੇ ਹੈ, ਉਹ ਮੈਂ ਨਹੀਂ ਕਹਿੰਦਾ ਕਿ ਉਹ ਸਾਰੇ ਹੀ ਕਰੋਨਾ ਨਾਲ ਮਰ ਗਏ, ਲੇਕਿਨ ਉਹਨਾਂ 'ਚ ਹੋ ਸਕਦਾ ਕਿ ਬਹੁਤ ਕਰੋਨਾ ਨਾਲ ਵਾਲੇ ਵੀ ਹੋਣ। ਨਹੀਂ, ਪਰ ਪੋਸਟਮਾਰਟਮ ਹੋ ਕੇ ਆਉਂਦੀ ਉੱਥੋਂ ਹਰੇਕ ਡੈੱਡ ਬੋਡੀ, ਇੰਦਰਪ੍ਰੀਤ ਜੀ, ਪੋਸਟਮਾਰਟਮ ਹੋ ਕੇ ਆ ਰਹੀ ਹੈ। ਅਜਿਹਾ ਕੇਸ ਨਹੀਂ ਨਿਕਲਿਆ
ਨਹੀਂ ਇਹ ਆਪਣੇ ਆਪ 'ਚ ਸਵਾਲ ਹੈ। ਪਰ ਜੇ ਮੈਂ ਇਸੇ ਗੱਲ ਤੇ ਆਉਣਾ, ਮੈਂ ਕਰੋਨਾ ਵਾਲੇ ਮਸਲੇ ਤੇ ਕਿ ਜੇਕਰ ਸਰਕਾਰ ਨੂੰ ਇੰਨਾ ਫਿਕਰ ਹੈ ਤਾਂ ਫਿਰ ਕੀ ਮਸਲਾ ਹੈ, ਸਰਕਾਰ ਕਿਉਂ ਨਹੀਂ ਆਉਂਦੀ ਇਸ ਗੱਲ ਤੇ ਕਿ ਅਸੀਂ ਭਾਈ ਤੁਹਾਡੀ ਜਾਨ ਦਾ ਫਿਕਰ ਹੈ, ਅਸੀਂ ਫਿਲਹਾਲ ਇਹਨਾਂ ਨੂੰ ਵਾਪਸ ਲੈਂਦੇ ਹਾਂ, ਦੁਬਾਰਾ ਵਿਚਾਰ ਕਰ ਲਾਂਗੇ। ਇਹੀ ਪਹਿਲੂ ਤੇ ਆ ਰਿਹਾ ਸੀਗਾ। ਮੈਂ ਕਹਿ ਰਿਹਾ ਵੀ ਜੇ ਤੁਹਾਨੂੰ ਇਹ ਚਿੰਤਾ ਹੈ ਵੀ ਭਾਈ ਤੀਸਰੀ ਲਹਿਰ ਆ ਰਹੀ ਹੈ, ਅਸੀਂ ਸਾਰੇ ਕੰਟਰੀ ਨੂੰ ਤਾਂ ਲੋਕਡਾਊਨ ਕੀਤਾ ਪਿਆ, ਫਿਰ ਇੱਥੇ ਕੀ ਪ੍ਰੋਬਲਮ ਹੈ ਬਈ? ਫਿਰ ਤਾਂ ਤੁਸੀਂ ਫਾਰਮਰ ਨੂੰ ਵੀ ਕਹੋ ਵੀ ਠੀਕ ਹੈ ਯਾਰ, ਅਸੀਂ ਫਿਲਹਾਲ ਅਸੀਂ ਇਹਨੂੰ ਸਥਗਿਤ ਕਰਤਾ ਜਾਂ ਅਸੀਂ ਵਾਪਸ ਲੈ ਲਏ, ਬਾਅਦ ਚ ਦੇਖਾਂਗੇ। ਅਸੀਂ ਪਹਿਲਾਂ ਸਾਡੀ ਦੇਸ਼ ਬਚਾਉਣਾ ਹੈ, ਉਹ ਕੰਟਰੀ ਨੂੰ ਬਚਾਉਣਾ, ਹਾਂ ਕੰਟਰੀ ਦੇ ਲੋਕਾਂ ਨੂੰ ਬਚਾਉਣਾ। ਅਸੀਂ ਇੱਥੇ ਸ਼ਮਸ਼ਾਨ ਨਹੀਂ ਬਣਾ ਸਕਦੇ ਸਾਰੇ ਕੰਟਰੀ ਨੂੰ, ਇਸ ਕਰਕੇ ਅਸੀਂ ਇਹਨੂੰ ਵਾਪਸ ਲਿੱਤਾ। ਤੁਸੀਂ ਆਪਣੇ ਆਪਣੇ ਘਰਾਂ 'ਚ ਜਾਓ, ਆਪਾਂ ਫਿਰ ਦੇਖਾਂਗੇ, ਇਹਦੇ ਉੱਤੇ ਗੱਲਬਾਤ ਕਰਾਂਗੇ। ਤੇ ਇਹ ਫਿਲਹਾਲ ਲਾਗੂ ਨਹੀਂ ਹੋਣਗੇ। ਹਾਂ, ਐਡਾ ਕਿੰਨੀ ਵੱਡੀ ਗੱਲ ਹੈ। ਦੇਖੋ ਇਹ ਕੋਈ, ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਬਹੁਤ ਵੱਡੀ, ਇਸ ਮੌਕੇ ਤਾਂ ਵੈਸੇ ਹੀ ਮੌਕਾ ਹੈ ਸਰਕਾਰ ਕੋਲ, ਮੌਕਾ ਸੀਗਾ। ਸਰਕਾਰ ਪ੍ਰਧਾਨ ਮੰਤਰੀ ਹੋਈ ਅਗਰ ਕਹਿ ਦਿੰਦਾ ਤਾਂ ਮੈਨੂੰ ਲੱਗਦਾ ਕਿ ਉਹਦੀ ਵੀ ਜਿਹੜੀ ਛਵੀ ਹੈ ਉਹ ਇੱਥੇ ਆ ਜਾਂਦੀ ਵੀ ਹਾਂ ਯਾਰ ਪ੍ਰਧਾਨ ਮੰਤਰੀ ਨੇ ਇੱਕ ਸਟੇਟਸਮੈਨ ਵਾਲਾ ਫੈਸਲਾ ਲਿਆ, ਜਦ ਕਿ ਪ੍ਰਧਾਨ ਮੰਤਰੀ ਨੇ ਇਹਦਾ ਬਿਲਕੁਲ ਨਹੀਂ ਲਿਆ। ਔਰ ਇਸ ਤੋਂ ਜ਼ਿਆਦਾ ਹੁਣ ਉਹਦੀ ਸਾਖ ਕਿਵੇਂ ਗਿਰ ਸਕਦੀ ਹੈ? ਹੁਣ ਤੁਸੀਂ ਦੇਖੋ, ਤੁਸੀਂ ਖੁਦ ਕਿਹਾ ਕਿ ਉਹ ਕਹਿ ਰਹੇ ਵੀ 26 ਤਰੀਕ ਨੂੰ, ਹਰ 26 ਤਰੀਕ ਨੂੰ ਮਨਾਇਆ ਜਾਏਗਾ। ਬਿਲਕੁਲ, ਉਹਨਾਂ ਨੇ ਵੀ ਸਰਵੇ ਸ਼ੁਰੂ ਕਰਤੇ, RSS ਨਾਲ ਮੀਟਿੰਗਾਂ ਵੀ ਸ਼ੁਰੂ ਕਰਤੀਆਂ। ਪਰ ਜੇ RSS ਦੀ ਵੀ ਕਿਹੜਾ ਸੁਣ ਰਹੇ ਹੈ? RSS ਦੇ 2 ਸੈਮੀਨਾਰ ਉਹਨਾਂ ਨੇ ਸਾਨੂੰ ਵੀ ਐਜ਼ ਰਿਪੋਰਟਰ ਬੁਲਾਇਆ, ਉਹਨਾਂ ਨੇ ਖੁਦ ਕਰਾਏ ਹੈ ਇਸ ਗੱਲ ਦੇ ਉੱਤੇ ਕਿ ਯਾਰ ਜਿਹੜੀ MSP ਦੀ ਗਰੰਟੀ ਲਾਜ਼ਮੀ ਕਰੋ। ਇਹ RSS ਦੇ ਆਪਣੇ ਕਿਸਾਨ ਯੂਨਿਟ ਦੀ ਗੱਲ ਹੈ, ਹਾਂ, ਜਿਹੜਾ ਉਹਨਾਂ ਦਾ ਭਾਰਤੀ ਕਿਸਾਨ ਸੰਘ ਹੈ, ਉਹਨਾਂ ਨੇ ਪੂਰੇ ਕੰਟਰੀ ਤੋਂ ਟੌਪ ਦੇ ਐਗਰੀ ਇਕੋਨੋਮਿਸਟ ਬੁਲਾ ਕੇ, ਐਗਰੀਕਲਚਰ ਵਾਲੇ ਲੋਕ ਬੁਲਾ ਕੇ, ਸਾਰੀਆਂ ਸਟੇਟਾਂ ਤੋਂ, ਮਤਲਬ ਇਹ ਨਹੀਂ ਕਿ ਕੋਈ ਪੰਜਾਬ ਤੋਂ ਲੈ ਲਿਆ ਜਾਂ ਹਰਿਆਣਾ ਤੋਂ ਲੈ ਲਿਆ, ਸਾਰੇ ਦੇਸ਼ੋਂ ਬੁਲਾਏ। ਹਾਂ, ਦਵਿੰਦਰ ਸ਼ਰਮਾ ਵਰਗੇ, ਅਜੇਵੀਰ ਜਾਖੜ ਵਰਗੇ ਬੰਦੇ ਸਾਰੇ ਬੁਲਾਏ, ਹੈ ਨਾ। ਟੀ ਹੱਕ ਜਿਹਨਾਂ ਦੀ ਹੁਣ ਡੈਥ ਹੋਈ ਹੈ, ਉਹਨਾਂ ਨੂੰ, ਮਤਲਬ ਉਸ ਤਰ੍ਹਾਂ ਦੇ ਬਹੁਤ ਟੌਪ ਦੇ ਉਹ ਬੁਲਾਏ, ਅਸ਼ੋਕ ਗੁਲਾਟੀ ਵਗੈਰਾ, ਇਹ ਸਾਰੇ। ਤਾਂ ਉਹ ਸਭ ਨੇ ਆਲਮੋਸਟ ਇਹੀ ਕਿਹਾ ਵੀ ਹਾਂ ਇਹਦੀ ਗਾਰੰਟੀ ਹੋਣੀ ਚਾਹੀਦੀ ਹੈ। ਮਤਲਬ ਵੀ RSS ਤੁਹਾਡੀ ਇਹੀ ਕਹਿ ਰਹੀ ਹੈ, ਇਹੀ ਫਾਰਮਰ ਡਿਮਾਂਡ ਕਰ ਰਹੇ, ਤੇ ਫਿਰ ਤੁਸੀਂ ਮੰਨਦੇ ਕਿਉਂ ਨਹੀਂ? ਇਹਦੇ ਵਿੱਚ ਦਿੱਕਤ ਕਿੱਥੇ ਹੈ? ਫਿਰ ਦੂਸਰੀ ਗੱਲ ਜਿਹੜੀ ਹੈਗੀ ਹੈ, ਮੈਂ ਤੁਹਾਨੂੰ ਪਿਛਲੀ ਵਾਰ ਵੀ ਕਿਹਾ ਸੀ ਵੀ ਜਿਹੜੀ ਆਹ ਵਾਲੀ ਗੱਲ ਹੈ, ਖੇਤੀ ਦੀ ਗਾਰੰਟੀ, ਜਿਹੜੀ ਕੀਮਤ ਦੀ ਗਾਰੰਟੀ, ਮੈਂ ਕਹਿ ਰਿਹਾ ਵੀ ਕੀਮਤ ਦੀ ਗਾਰੰਟੀ ਨਹੀਂ, ਖਰੀਦ ਦੀ ਗਾਰੰਟੀ। ਕੀਮਤ ਦੀ ਗਾਰੰਟੀ ਗਵਰਨਮੈਂਟ ਦੀ ਦੇਣ ਲਈ ਬਹੁਤ ਸੌਖਾ ਹੈ, ਉਸ 'ਚ ਫਾਰਮਰ ਫਸ ਜਾਣਗੇ। ਉਹ ਕਹਿਣਗੇ ਵੀ ਗਾਰੰਟੀ ਦੇਤੀ, ਮੈਂ ਇਹ ਸ਼ੋਰ ਕਰੂੰਗਾ ਵੀ ਇਸ ਤੋਂ ਘੱਟ ਨਹੀਂ ਤੁਹਾਡੀ ਵਿਕੇਗੀ, ਖਰੀਦ ਲਓ ਜਿਹਨੇ ਖਰੀਦਣੀ ਹੈ। ਪਰ ਖਰੀਦਦਾਰ ਕਿੱਥੇ ਹੈ? ਇਸ ਲਈ ਖਰੀਦ ਗਾਰੰਟੀ ਹੋਵੇ ਕਿ ਇਹ ਤੋਂ ਘੱਟ ਨਹੀਂ ਖਰੀਦੀ ਜਾਏਗੀ। ਹਾਂ, ਖਰੀਦ ਦੀ ਗਾਰੰਟੀ ਚਾਹੀਦੀ ਹੈ। ਨਹੀਂ, ਜੇ ਪ੍ਰਾਈਵੇਟ ਨਹੀਂ ਖਰੀਦੇਗਾ ਅਸੀਂ ਖਰੀਦਾਂਗੇ, ਇਹ ਜਿਵੇਂ ਕੇਰਲਾ ਨੇ ਕੀਤਾ। ਫਾਰਮਰ ਦਾ ਪ੍ਰਾਈਵੇਟ ਸੈਕਟਰ ਨਹੀਂ ਖਰੀਦੇਗਾ ਤਾਂ ਉਹ ਅਸੀਂ ਖਰੀਦਾਂਗੇ, ਇਸ ਮੁੱਲ ਤੇ ਖਰੀਦਾਂਗੇ। ਹਾਂ, ਇਹ ਗਾਰੰਟੀ। ਜਾਂ ਜੇ ਉਹਦਾ ਔਰ ਬਾਜ਼ਾਰੀ ਕੀਮਤ ਤੇ ਵਪਾਰੀ ਦੀ ਕੀਮਤ ਦਾ ਜਿਹੜਾ ਗੈਪ ਹੈ ਉਹ ਅਸੀਂ ਪੂਰਾ ਕਰਕੇ ਦੇਵਾਂਗੇ, ਇਸ ਤਰ੍ਹਾਂ ਦੀ ਗਾਰੰਟੀ ਚਾਹੀਦੀ ਹੈ। ਔਰ ਇਹ ਬਹੁਤ ਹੀ ਵੱਡੀ ਚੀਜ਼ ਨਹੀਂ ਹੈ। ਮੈਨੂੰ ਲੱਗਦਾ ਵੀ ਜੇ ਅਸੀਂ ਸਾਰੀਆਂ ਸਟੇਟਾਂ ਨੂੰ 2-2 ਹਜ਼ਾਰ ਕਰੋੜ ਰੁਪਏ ਦਾ ਵੀ ਤੇ 50-60 ਹਜ਼ਾਰ ਕਰੋੜ ਰੁਪਏ ਦੀ ਤੋਂ ਜ਼ਿਆਦਾ ਦੀ ਮਾਰ ਨਹੀਂ ਹੈ ਇਹ, ਪਰ 50-60 ਹਜ਼ਾਰ ਕਰੋੜ ਨਾਲ ਤੁਹਾਡਾ ਕੰਮ ਸਾਰਾ ਚੱਲ ਪੈਣਾ, ਸਾਰਾ ਸਰਕਲ ਘੁੰਮਣ ਲੱਗ ਜਾਣਾ। ਤੁਹਾਡੇ ਪ੍ਰਾਇਮਰੀ ਸੈਕਟਰ ਕੋਲੇ ਇੰਨਾ ਕੁ ਪੈਸਾ ਆ ਜਾਣਾ ਹੈ ਕਿ ਤੁਹਾਨੂੰ ਸੈਕੰਡਰੀ ਸੈਕਟਰ ਸੰਭਾਲਣਾ ਔਖਾ ਹੋ ਜਾਣਾ ਹੈ, ਵੀ ਉਹ ਇੰਨਾ ਫਲਰਿਸ਼ ਕਰਨਾ ਹੈ। ਲੇਕਿਨ ਅਸੀਂ ਨਹੀਂ ਜਾ ਰਹੇ। ਹੁਣ ਤੁਸੀਂ ਦੇਖੋ ਵੀ ਜਿੱਥੇ ਜਿੱਥੇ, ਮੈਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦੇ ਰਿਹਾ ਕਿ ਜਿੱਥੇ ਜਿੱਥੇ ਤੁਸੀਂ ਮਨਰੇਗਾ ਯੋਜਨਾ ਬਹੁਤ ਤਸੱਲੀ ਨਾਲ ਚਲਾ ਰਹੇ ਹੋ, ਜਿਸ 'ਚ ਕੋਈ ਮਤਲਬ ਕਰਪਸ਼ਨ ਨਹੀਂ ਹੋ ਰਹੀ ਜਾਂ ਕਰਪਸ਼ਨ ਦਾ ਲੈਵਲ ਬਹੁਤ ਡਾਊਨ ਹੈ, ਤੁਸੀਂ ਉਹ ਸਾਰੇ ਪਿੰਡਾਂ ਦੀ ਨੁਹਾਰ ਦੇਖ ਕੇ ਆਓ। ਤੁਸੀਂ ਤਾਂ ਘੁੰਮਦੇ ਰਹੇ ਹੋ, ਤੁਸੀਂ ਉਹ ਪਿੰਡਾਂ ਦੀ ਨੁਹਾਰ ਦੇਖੋ। ਹਰ ਉਸ ਮਤਲਬ ਗਰੀਬ ਤੋਂ ਗਰੀਬ ਆਦਮੀ ਕੋਲੇ ਵੀ 4 ਪੈਸੇ ਉਹਦੀ ਜੇਬ 'ਚ ਹੈਗੇ ਹੈ, ਆ ਰਹੇ ਹੈ। ਇਸ ਨੂੰ ਥੋੜਾ ਹੋਰ ਫਲਰਿਸ਼ ਕਰਨ ਦੀ ਲੋੜ ਹੈ। ਅੱਜ ਕੱਲ੍ਹ ਮੈਂ ਦੇਖ ਰਿਹਾ ਸਾਡਾ ਇੱਕ ਗਰੁੱਪ ਬਣਿਆ ਹੋਇਆ IDP, ਜਿਹੜੀ ਇੰਟਰਨੈਸ਼ਨਲ ਡੈਮੋਕ੍ਰੈਟਿਕ ਪਾਰਟੀ, ਉਹ ਲਗਾਤਾਰ ਮਤਲਬ ਉਸ 'ਤੇ ਪਿੰਡਾਂ ਦੇ ਵਿੱਚ ਸਕੂਲਿੰਗ ਕਰ ਰਹੀ ਹੈ, ਉਹਨਾਂ ਨੂੰ ਸਾਰਾ ਦੱਸ ਰਹੀ ਹੈ। 2 ਉਹਨਾਂ ਦੇ ਖੁਦ ਮੈਂ ਅਟੈਂਡ ਕਰਕੇ ਆਇਆ, ਉਹਨਾਂ ਦੀ ਵੱਡੀ ਭਵਾਨੀਗੜ੍ਹ ਇੱਕ ਕਾਨਫਰੰਸ ਕੀਤੀ ਸੀ, ਮੈਂ ਉਹ ਕਰਕੇ ਆਇਆ। ਕਿਸੇ ਨੂੰ ਪਤਾ ਹੀ ਨਹੀਂ ਮਨਰੇਗਾ ਬਾਰੇ, ਬਹੁਤ ਲਿਮਟਿਡ ਜਾਣਕਾਰੀ ਹੈ ਇਹਦੇ ਬਾਰੇ।
ਜਦਕਿ 16 ਸਾਲ ਹੋ ਗਏ। ਇਹਦਾ ਮਤਲਬ ਸਰਕਾਰਾਂ ਵੀ ਨਹੀਂ ਚਾਹੁੰਦੀਆਂ ਕਿ ਲੋਕ ਸੁਚੇਤ ਹੋਣ ਨਾ, ਨਹੀਂ ਚਾਹੁੰਦੀਆਂ ਸਰਕਾਰਾਂ ਦੀ ਮਨਸ਼ਾ ਇਹੀ ਹੈ ਜਦਕਿ ਇਹ ਜਿਹੜੇ ਸਰਪੰਚ ਨੇ ਉਹਨਾਂ ਦੀ ਪ੍ਰਾਇਮਰੀ ਡਿਊਟੀ ਹੈ ਯਾਰ ਉਹਨਾਂ ਨੂੰ ਦੱਸਣ, ਕਿਉਂਕਿ ਸਰਪੰਚ ਜਾਂ ਪੰਚਾਇਤ ਸਭ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਦੱਸ ਸਕਦੇ। ਤੁਸੀਂ ਪਰ ਪੰਚਾਇਤ 80% ਸਾਡੇ ਸਰਪੰਚਾਂ ਨੂੰ ਵੀ ਨਹੀਂ ਪਤਾ ਹੋਵੇਗਾ। ਮੈਂ ਇਹੀ ਇਸ 80 ਕਿਉਂ 90% ਸਰਪੰਚਾਂ ਨੂੰ ਨਹੀਂ ਪਤਾ ਕਿ ਯਾਰ ਇਹ ਐਡੀ ਵਧੀਆ ਸਕੀਮ ਹੈ ਔਰ ਮੇਰੇ ਪਿੰਡ 'ਚ ਇੰਨੀ ਮਤਲਬ ਨੁਹਾਰ ਚੇਂਜ ਹੋ ਸਕਦੀ ਹੈ। ਤੁਸੀਂ ਜੇ ਦੇਖੋ ਮਾਣਕ ਖਾਨਾ ਪਿੰਡ ਹੈ ਬਠਿੰਡੇ, 3 ਕੁੜੀ ਨਵੀਂ ਸਰਪੰਚ ਬਣੀ ਹੈ, BSc ਐਗਰੀਕਲਚਰ ਕਰ ਰਹੀ ਹੈ, ਸਰਪੰਚ ਬਣ ਗਈ, 3 ਨੈਸ਼ਨਲ ਅਵਾਰਡ ਜਿੱਤ ਗਈ ਹੈ। ਬਿਲਕੁਲ। ਉਸ ਤੋਂ ਪਹਿਲਾਂ ਉਹਦੇ ਨਾਲ ਇੱਧਰਲੇ ਪਾਸੇ ਪਿੰਡ ਮਾਨਸਾ ਦਾ ਹੈ ਤਾਮਕੋਟ, ਉਹ 3 ਅਵਾਰਡ ਲੈ ਕੇ ਆਏ ਹੋਏ ਨੇ ਮਨਰੇਗਾ ਦੇ ਵਿੱਚੋਂ। ਤਾਂ ਇਹ ਜਿੱਥੇ ਜਿੱਥੇ ਹੋ ਰਿਹਾ ਉਹ ਲੋਕ ਕਰ ਰਹੇ ਜਿਨ੍ਹਾਂ ਨੇ ਖੁਦ ਨੇ ਇਨੀਸ਼ੀਏਟਿਵ ਲਿੱਤਾ ਹੈ। ਮੇਰਾ ਸਿਰਫ ਇਹ ਮਨਰੇਗਾ ਛੇੜਨ ਦਾ ਆਪਾਂ ਟਰੈਕ ਤੋਂ ਹਟ ਕੇ ਥੋੜਾ ਛੇੜਨ ਦਾ ਮਕਸਦ ਸਿਰਫ ਇਹ ਸੀ ਕਿ ਇਹ ਪ੍ਰਾਇਮਰੀ ਸੈਕਟਰ ਕੋਲੇ ਪੈਸਾ ਆ ਸਕਦਾ ਸੀ। ਇਸੇ ਤਰ੍ਹਾਂ ਹੀ ਜੇ ਤੁਸੀਂ ਫਾਰਮਰ ਦੀ ਉਹ ਵੀ ਕਰ ਦੋ ਕਿ ਫਾਰਮਰ ਦੀ ਜਿਹੜੀ ਪ੍ਰੋਡਿਊਸ ਹੈ ਅਸੀਂ ਇਹ ਉਹਦੀ ਮਿਨੀਮਮ ਪ੍ਰਾਈਸ ਹੈ, ਮੈਕਸਿਮਮ ਕੁਝ ਵੀ ਹੋ ਸਕਦੀ ਹੈ। ਅੱਜ ਕੱਲ੍ਹ ਜਿਵੇਂ ਹੁਣ ਸਰੋਂ ਹੈ, ਤੁਸੀਂ 4050 ਰੁਪਏ ਰੇਟ ਲਿਖਿਆ ਹੋਇਆ ਲੇਕਿਨ 7000 ਤੇ ਵਿਕ ਰਹੀ ਹੈ, ਠੀਕ ਹੈ, ਜਿਹਨੇ ਲੈਣੀ ਲਓ। ਸਰਕਾਰ ਤੇ ਕੋਈ ਬਰਡਨ ਨਹੀਂ ਨਾ ਆਇਆ ਸਰੋਂ ਦਾ ਵੀ ਸਰੋਂ ਵੀ ਸਾਨੂੰ ਖਰੀਦਣੀ ਪੈਗੀ, ਸਰਕਾਰ ਤੇ ਕੋਈ ਬਰਡਨ ਨਹੀਂ ਹੈ। ਜੇ ਘੱਟ ਵਿਕੇ ਫਿਰ ਸਰਕਾਰ ਸਾਹਮਣੇ ਚੱਕ ਲਓ। ਹਾਂ, ਤੁਹਾਡੇ ਕੋਲ ਮਾਰਕਫੈਡ ਹੈ, ਹੈਫਰਡ ਹੈ, ਕਿੰਨੀਆਂ ਏਜੰਸੀਆਂ ਤੁਹਾਡੇ ਕੋਲ ਨੇ। ਇੰਦਰਵੀਰ ਜੀ 12 ਦਲ ਨਰਿੰਦਰ ਮੋਦੀ ਸਰਕਾਰ ਨੂੰ ਲਿਖਦੇ ਨੇ ਕਿ ਖੇਤੀ ਕਾਨੂੰਨ ਵਾਪਸ ਲਓ, ਜਥੇਬੰਦੀਆਂ ਲਿਖ ਰਹੀਆਂ ਨੇ ਚਿੱਠੀਆਂ ਕਿ ਗੱਲਬਾਤ ਦੁਬਾਰਾ ਸ਼ੁਰੂ ਕਰੋ, ਦੁਨੀਆ ਭਰ 'ਚ ਫਜੀਅਤ ਹੋ ਰਹੀ ਹੈ, ਕਿੱਡਾ ਲੰਬਾ ਅੰਦੋਲਨ ਚੱਲ ਗਿਆ, ਸਰਕਾਰ ਸੁਣ ਨਹੀਂ ਰਹੀ। ਹੁਣ ਤੁਸੀਂ ਕਹਿ ਰਹੇ ਹੋ ਕਿ ਸੰਘ ਵੀ ਕਹਿ ਚੁੱਕਿਆ, ਸੰਘ ਦੀ ਹੁਣ ਐਤਵਾਰ ਵਾਲੀ ਬੈਠਕ 'ਚ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ, ਪਰ ਜੇਕਰ ਉਹਨਾਂ ਦਾ ਸੰਗਠਨ ਵੀ ਕਹਿ ਰਿਹਾ ਉਸ ਦੇ ਬਾਵਜੂਦ, ਫਿਰ ਮਤਲਬ ਕੀ ਮੋਦੀ ਹੁਣ ਸੰਘ 'ਤੇ ਵੀ ਹਾਵੀ ਹੋ ਗਿਆ ਕਿ ਕੇਂਦਰ ਸਰਕਾਰ 2 ਬੰਦੇ ਹੀ ਚਲਾਈ ਜਾਂਦੇ ਨੇ ਤਾਂ ਇਹਨਾਂ ਨੂੰ ਸੁਣਦੇ ਨਹੀਂ। ਉਹ ਤਾਂ ਬਿਲਕੁਲ ਤੁਹਾਡੀ ਠੀਕ ਹੈ। ਮੈਨੂੰ ਪੂਰੀ ਜਿਹੜੀ ਸਰਕਾਰ ਦੇ ਵਿੱਚ ਪਾਰਟੀ ਤਾਂ ਮੈਨੂੰ ਕਿਤੇ ਵੀ ਨਜ਼ਰ ਨਹੀਂ ਆ ਰਹੀ। ਜੇ ਤੁਸੀਂ ਕਹੋਗੇ ਭਾਰਤੀ ਜਨਤਾ ਪਾਰਟੀ ਇਹ ਕਰ ਰਹੀ ਹੈ ਤੇ ਇਹ ਨਹੀਂ ਹੈ। ਅੱਛਾ, ਤੁਸੀਂ ਦੇਖੋ ਉੱਥੇ ਸਿਰਫ ਮੋਦੀ ਐਂਡ ਕੰਪਨੀ ਹੈ, ਮੋਦੀ ਐਂਡ ਸ਼ਾਹ ਕੰਪਨੀ ਹੈ ਜਿਹੜਾ ਇਹ ਕੰਮ ਕਰ ਰਿਹਾ, ਬਸ। ਬਾਕੀ ਸਰਕਾਰ ਕਿੱਥੇ ਹੈ ਤੁਸੀਂ ਦੇਖ ਲਓ ਨਾ ਕਿ ਕੀ ਕਰ ਰਹੀ ਹੈ ਸਰਕਾਰ। ਮਤਲਬ ਅਦਰਵਾਈਜ਼ BJP ਦੀ ਗਵਰਨਮੈਂਟ ਹੋਵੇ ਔਰ ਸੰਘ ਮੈਂ ਕਈ ਇਸ ਤਰ੍ਹਾਂ ਦੇ ਇੰਸਟੈਂਸ ਤੁਹਾਨੂੰ ਦੱਸ ਸਕਦਾ ਕਿ ਸੰਘ ਦਾ ਜਿਹੜਾ ਪ੍ਰਮੁੱਖ ਹੈ ਉਹ ਕਦੇ ਪ੍ਰਧਾਨ ਮੰਤਰੀ ਦੇ ਆਫਿਸ 'ਚ ਨਹੀਂ ਜਾਂਦਾ, ਪ੍ਰਧਾਨ ਮੰਤਰੀ ਨੂੰ ਕਾਲ ਕਰਦਾ ਕਿ ਉੱਥੇ ਆਵੇ। ਔਰ ਵਾਜਪਾਈ ਸਾਹਿਬ ਜਾਂਦੇ ਰਹੇ ਹੈ। ਬਹੁਤ ਇੰਸਟੈਂਸ ਮੈਂ ਤੁਹਾਨੂੰ ਦੱਸ ਸਕਦਾ, ਬਿਲਕੁਲ ਕੇਸੀ ਸੁਦਰਸ਼ਨ ਓੜੀ ਉਹਨਾਂ ਕੋਲ ਜਾਂਦੇ ਹੁੰਦੇ ਸੀ, ਉਹਨਾਂ ਨੂੰ ਮਿਲ ਜਾਂਦੇ ਸੀ ਉੱਥੇ ਔਰ ਉਹ ਕਈ ਵਾਰ ਦਿਸ਼ਾ ਨਿਰਦੇਸ਼ ਲੈ ਕੇ ਆਉਂਦੇ ਸੀ। ਹਾਂ, ਮਾਯੂਸ ਹੋ ਜਾਂਦੇ ਸੀ ਕਈ ਵਾਰ ਵੀ ਮੈਂ ਆਪਣੀ ਸਰਕਾਰ 'ਚ ਮੈਂ ਆ ਵੀ ਨਹੀਂ ਕੰਮ ਕਰ ਸਕਦਾ। ਤਾਂ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ ਪਹਿਲਾਂ, ਲੇਕਿਨ ਮੈਨੂੰ ਹੁਣ ਲੱਗਦਾ ਕਿ ਇਹ ਤਾਂ ਐਤਵਾਰ ਨੂੰ ਕੁਝ ਅਜਿਹੀ ਹੋਇਆ। ਮੈਨੂੰ ਲੱਗਦਾ ਮੋਦੀ ਔਰ ਅਮਿਤ ਸ਼ਾਹ ਤਲਵੇ ਹੋਏ ਨੇ ਉੱਧਰ। ਦੇਖੋ ਤਲਬ ਤਾਂ ਹੋਏ ਨਹੀਂ, ਇਹ 'ਚ ਨਹੀਂ ਮੈਂ ਗੱਲ ਕਰ ਰਿਹਾ ਵੀ ਤਲਬ ਨਹੀਂ ਹੋਏ, ਪਰ ਮੈਂ ਇਹ ਕਹਿ ਰਿਹਾ ਵੀ ਜਿਸ ਤਰ੍ਹਾਂ ਦੀ ਉਹਨਾਂ ਦੀ ਜਾਂ ਤਾਂ ਮੈਨੂੰ ਇੱਕ ਚੀਜ਼ ਹੋਰ ਲੱਗ ਰਹੀ ਹੈ ਇਹਦੇ ਵਿੱਚ, ਪਤਾ ਨਹੀਂ ਮੈਨੂੰ ਕਿੰਨੀ ਠੀਕ ਹੋਏਗੀ, ਤੁਸੀਂ ਵੀ ਆਪਣੇ ਇਹਦੇ 'ਚ ਵਿਚਾਰ ਦਿਓ। ਮੈਨੂੰ ਇਹ ਲੱਗਦਾ ਕਿ ਜਿਹੜਾ ਮੋਦੀ ਦੀ ਜਿਹੜੀ ਇੱਕ ਆਪਾਂ ਕਹਿੰਦੇ ਨਾ ਕਿ ਮੋਦੀ 'ਚ ਕੀ ਚੀਜ਼ ਹੈ, ਉਹ ਹੈ ਉਹਦਾ ਅੱਖੜਪਨ, ਜਿਹੜਾ ਵੀ ਫੈਸਲਾ ਲੈ ਲਿਆ ਸੋ ਲੈ ਲਿਆ, ਮੈਂ ਪਿੱਛੇ ਨਹੀਂ ਹਟਣਾ। ਆਹ ਚੀਜ਼ ਉਹਦੀ USP ਹੈ। ਅੱਛਾ, ਉਹ ਇਹਨੂੰ ਆਪਣੀ ਤਾਕਤ ਸਮਝਦਾ, ਉਹਨੂੰ ਇਹ ਤਾਕਤ ਸਮਝਦਾ ਔਰ ਪਾਰਟੀ ਵੀ ਇਹਨੂੰ ਤਾਕਤ ਸਮਝਦੀ ਹੈ। ਪਰ ਹੁਣ ਤਾਂ ਨੁਕਸਾਨ ਹੋਇਆ ਉਹਦਾ। ਜੇ ਇਹ ਦੇਖੋ ਉਹ ਹੁੰਦਾ ਕੀ ਹੈ, ਤੁਸੀਂ 10 ਫੈਸਲੇ ਲੋਗੇ, ਹੋ ਸਕਦਾ ਕਿ 8 ਸਹੀ ਪੈ ਜਾਣ, ਲੇਕਿਨ 2 ਹੋ ਸਕਦਾ ਗਲਤ ਪੈ ਜਾਣ। ਉਹ ਇੱਕੋ ਗਲਤ ਮਰਾਂਦਾ ਦੋ ਤਾਂ, ਕਿਉਂਕਿ ਤੁਹਾਡੀ ਹੁਣ USP ਹੋਈ ਹੈ, ਤੁਸੀਂ ਉਸੇ ਤੇ ਖੜੇ ਹੋ। ਇਹਨਾਂ ਨੂੰ ਇਹ ਲੱਗ ਰਿਹਾ ਵੀ ਜੇ ਅਸੀਂ ਕਿਤੇ ਜਿਵੇਂ ਬਾਰ-ਬਾਰ ਉਹ ਕਹਿ ਰਹੇ ਨਾ ਕਿ ਅਮੈਂਡ ਜਿੰਨੀ ਮਰਜ਼ੀ ਕਰਾ ਲਓ, ਪਹਿਲੀ ਧਾਰਾ ਤੋਂ ਲੈ ਕੇ ਲਾਸਟ ਵਾਲੀ ਧਾਰਾ ਤੱਕ ਸਾਰੀਆਂ ਚੇਂਜ ਕਰ ਦਿੰਦੇ ਆ, ਹੋਰ ਬੋਲੋ, ਪਰ ਰੱਦ ਕਰਨ ਲਈ ਨਾ ਕਹੋ। ਜੇ ਰੱਦ ਕਰਨ ਲਈ ਕਹਿਤਾ ਕਾਨੂੰਨ ਨੂੰ ਤਾਂ ਫਿਰ ਇਹ ਮੈਸੇਜ ਚਲਾ ਜਾਏਗਾ ਕਿ ਝੁਕਾਤਾ। ਇਹ ਉਹ ਮੈਸੇਜ ਨਹੀਂ ਦੇਣਾ ਚਾਹੁੰਦੇ, ਉਹ ਆਪਣੀ USP ਕਾਇਮ ਰੱਖਣਾ ਚਾਹੁੰਦੇ ਆ। ਇਸ ਕਰਕੇ ਜਿਹੜਾ ਇਹ ਮਤਲਬ ਇੰਨਾ ਲਟਕ ਰਿਹਾ। ਨਹੀਂ, ਇਹਦਾ ਮਤਲਬ ਸੰਘ ਦੀ ਨਹੀਂ ਚੱਲਦੀ, ਫਿਰ ਨਹੀਂ ਚੱਲ ਰਹੀ ਹੈ। ਔਰ ਸੰਘ ਦੀ ਸੁਣਦੇ ਨਹੀਂ। ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਉਹਨਾਂ ਨੇ UP ਵਾਲਾ ਉਹ ਕੀਤਾ ਹੈਗਾ ਉਹ ਬਹੁਤ ਇੰਪੋਰਟੈਂਟ ਇਸ ਕਰਕੇ ਹੈ ਕਿ ਜਿਹੜੇ ਮਤਲਬ ਜਿਸ ਗੱਲ ਦੇ ਉੱਤੇ ਤੈਨੂੰ ਲੱਗ ਰਿਹਾ ਸੀ ਵੀ ਅਸੀਂ ਸਾਰੀਆਂ ਸਟੇਟਾਂ ਦੇ ਵਿੱਚ ਕਬਜ਼ਾ ਕਰਕੇ ਅਸੀਂ ਰਾਜ ਸਭਾ 'ਚ ਵੀ ਆਪਣਾ ਬਣਾ ਲਾਂਗੇ, ਉਹ ਨਹੀਂ ਬਣਿਆ, ਉਹ ਹਿੱਲ ਜਾਏਗਾ। ਖਾਸ ਤੌਰ 'ਤੇ ਉਹਦੇ ਵਿੱਚ ਦੇਖੋ ਹੁਣ ਪੰਜਾਬ ਦੀਆਂ 7 ਸੀਟਾਂ ਨੇ, ਇਹਨਾਂ ਦੀਆਂ 11-12 ਸੀਟਾਂ ਨੇ ਅਗਲੀ ਵਾਰ ਜਿਹੜੀਆਂ ਖਾਲੀ ਹੋਣੀਆਂ UP ਦੀਆਂ, ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਨੇ। ਇਸ ਤਰ੍ਹਾਂ 36-37 ਸੀਟਾਂ ਖਾਲੀ ਹੋ ਜਾਣੀਆਂ ਨੇ ਔਰ ਉਹ ਸਾਰੀਆਂ ਹੀ ਸੀਟਾਂ ਇਹਨਾਂ ਦੇ ਹੱਥੋਂ ਨਿਕਲ ਜਾਣੀਆਂ ਨੇ।
ਜਿਹੜੇ ਇਹ ਬਹੁਤ ਨੇੜੇ ਜੇ ਪਹੁੰਚੇ ਸੀ ਉਹ ਫਿਰ ਕਰਨਗੇ, ਆ ਜਾਣੇ। ਫਿਰ ਕੱਢਣਗੇ। ਸੋ ਇਸ ਕਰਕੇ ਥੋੜਾ ਜਿਹਾ ਉਹਨਾਂ ਨੂੰ ਇਹ ਕਿਹਾ ਹੈ ਵੀ ਅਸੀਂ ਯੂਪੀ ਵਰਗੀ ਸਟੇਟ ਆਪਣੇ ਹੱਥੋਂ ਨਹੀਂ ਦੇਣਾ ਚਾਹੁੰਦਾ, ਤੇ ਇਸ ਤੇ ਜੇ ਕੁਝ ਕਰਨਾ ਪਵੇ ਤਾਂ ਕਰੋ। ਕਰਨ ਤੋਂ ਮਤਲਬ ਯੋਗੀ ਦੀ ਛੁੱਟੀ, ਯੋਗੀ ਦੀ ਛੁੱਟੀ ਵੀ ਹੋ ਸਕਦੀ ਹੈ, ਬਦਲੇ ਜਾ ਸਕਦੇ ਨੇ ਇਸ ਤਰ੍ਹਾਂ ਦਾ। ਦੇਖੋ ਅਮਿਤ ਸ਼ਾਹ ਤਾਂ ਪ੍ਰਧਾਨ ਮੰਤਰੀ ਚੇਂਜ ਹੋ ਸਕਦੇ ਨੇ। ਨਹੀਂ, ਅਮਿਤ ਸ਼ਾਹ ਤਾਂ ਆਲਰੇਡੀ ਦੇਖੋ ਪ੍ਰਧਾਨ ਦੇ ਪਦ ਤੋਂ ਤਾਂ ਉਹਨੂੰ ਉਤਾਰ ਹੀ ਦਿੱਤਾ। ਮੇਨਲੀ ਤਾਂ ਹੁਣ ਨੱਡਾ ਸਾਹਿਬ ਹੀ ਕਰ ਰਿਹਾ, ਲੇਕਿਨ ਐਕਚੁਅਲੀ ਅੰਦਰੋਂ ਤਾਂ ਉਹੀ ਚਲਾ ਰਿਹਾ। ਲੇਕਿਨ ਥੋੜਾ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇਹ ਹੈ ਕਿ ਇੱਕ ਤਾਂ ਪਹਿਲਾਂ ਇਹਨੂੰ ਚੇਂਜ ਕਰੋ, ਜਿਹੜਾ ਖੇਤੀ ਕਾਨੂੰਨ ਨੇ। ਅੱਛਾ, ਕਿਉਂਕਿ ਜਦ ਤੱਕ ਇਹ ਨਹੀਂ ਹੈ ਤਾਂ ਜਿਹੜੀ ਬੈਲਟ ਹੈ ਪੂਰੀ, ਉਹ ਯੂਪੀ ਦੀਆਂ ਦੇ ਹੱਥ ਨਹੀਂ ਆ ਸਕਦੀ। ਤੁਸੀਂ ਇਸ ਤੋਂ ਅੰਦਾਜ਼ਾ ਲਗਾਓ ਨਾ, ਹੁਣ ਪੰਚਾਇਤੀ ਇਲੈਕਸ਼ਨਾਂ ਹੋਈਆਂ ਨੇ, ਹਾਂ ਠੀਕ ਹੈ, 1.5 ਸਾਲ ਤੁਹਾਡਾ ਸਰਕਾਰ ਦਾ ਪਿਆ ਹੋਵੇ, ਪੰਚਾਇਤੀ ਇਲੈਕਸ਼ਨਾਂ ਤੁਸੀਂ ਸਾਰੀਆਂ ਹਾਰ ਜਾਓ ਜਾਂ ਮੋਸਟਲੀ ਹਾਰ ਜਾਓ, ਤਾਂ ਫਿਰ ਉਹ ਸਰਕਾਰ ਦਾ ਰਹਿ ਕੀ ਗਿਆ? ਜਦ ਕਿ ਪੰਚਾਇਤੀ ਚੋਣ ਧੱਕੇ ਨਾਲ ਜਿੱਤਦੀ ਹੈ, ਮਤਲਬ ਹਾਰਦੀ ਨਹੀਂ, ਸੱਤਾ ਧੱਕੇ ਨਾਲ ਜਿੱਤਦੀ ਆਈ ਆ, ਉਹ ਤਾਂ ਜਿੱਤੀ ਜਾਂਦੇ ਨੇ, ਪਰ ਉਹ ਸਰੇਆਮ ਹਾਰ ਗਏ ਤੁਸੀਂ। ਤਾਂ ਉਹ ਮੈਨੂੰ ਲੱਗਦਾ ਕਿ ਇਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਇਹ ਡਰ ਹੈ, ਔਰ ਉਹ ਡਰ ਜੇ ਫਾਰਮਰਸ ਨੇ ਜਿਵੇਂ ਹੁਣ ਇਹ ਕਿਹਾ ਵੀ ਅਸੀਂ ਉਧਰ ਜਾਵਾਂਗੇ, ਹਜੇ ਦਿੱਕਤ ਯੂਪੀ 'ਚ ਕੀ ਆ ਰਹੀ ਹੈ ਜੋ ਮੈਨੂੰ ਲੱਗ ਰਹੀ ਹੈ, ਔਰ ਬੀਜੇਪੀ ਦੇ ਐਂਗਲ ਤੋਂ ਮੈਂ ਤੁਹਾਨੂੰ ਦੱਸਾਂ ਕਿ ਉਹਨਾਂ ਦੀ ਸੁਖ ਸਥਿਤੀ ਕੀ ਹੈ, ਕਿ ਬੀਜੇਪੀ ਦੇ ਸਾਹਮਣੇ ਉੱਥੇ ਕੋਈ ਨਹੀਂ ਹੈ। ਫਾਰਮਰ ਉੱਥੇ ਮੰਨ ਲਓ ਚਲੇ ਵੀ ਜਾਂਦੇ ਨੇ, ਕਿਹਨੂੰ ਕਹਿਣਗੇ ਸਪੋਰਟ ਕਰੋ? ਕੌਣ ਇਹ ਜਿਹਾ ਉੱਥੇ ਮਮਤਾ ਵਰਗਾ ਕੋਈ ਚਿਹਰਾ ਹੈ? ਹਾਂ, ਉੱਥੇ ਮਮਤਾ ਵਰਗਾ ਕੋਈ ਚਿਹਰਾ ਨਹੀਂ ਹੈ ਉਹਨਾਂ ਕੋਲ। ਉਹਨਾਂ ਕੋਲ ਮਮਤਾ ਵਰਗੀ ਪਾਰਟੀ ਨਹੀਂ। ਪਰ ਇਸ ਦੇ ਬਾਵਜੂਦ ਵੀ ਉੱਥੇ ਸਮਾਜਵਾਦੀ ਪਾਰਟੀ ਖਾਸਾ ਲੈ ਗਈਆਂ। ਦੇਖੋ, ਮੈਂ ਉਹ ਨਹੀਂ ਕਹਿ ਰਿਹਾ, ਮੈਂ ਤੁਹਾਨੂੰ ਇਹ ਗੱਲ ਕਰ ਰਿਹਾ ਵੀ ਜੇ ਅੱਜ ਵੀ ਬੀਜੇਪੀ ਕਿਸੇ ਚੀਜ਼ ਤੋਂ ਡਰਦੀ ਹੈ ਤਾਂ ਕਾਂਗਰਸ ਤੋਂ ਡਰਦੀ ਹੈ। ਅੱਛਾ, ਉਹ ਹੋਰ ਕਿਸੇ ਤੋਂ ਨਹੀਂ ਡਰਦੀ। ਅੱਛਾ, ਕਿਉਂਕਿ ਕਾਂਗਰਸ ਹੀ ਇੱਕ ਇਹੋ ਜਿਹੀ ਪਾਰਟੀ ਹੈ ਜਿਹੜੀ ਪੂਰੇ ਕੰਟਰੀ 'ਚ ਹੈ। ਤੁਸੀਂ ਮੇਰੀ ਗੱਲ ਸੁਣੋ ਨਾ, ਤੁਸੀਂ ਵੈਸਟ ਬੰਗਾਲ 'ਚ ਗਏ, ਵੈਸਟ ਬੰਗਾਲ 'ਚ ਕਾਂਗਰਸ ਕਿਤੇ ਵੀ ਨਹੀਂ ਹੈ, ਤੁਸੀਂ ਗਾਲਾਂ ਸਾਰੀਆਂ ਉਹਨੂੰ ਕੱਢੀ ਜਾ ਰਹੇ ਹੋ ਕਾਂਗਰਸ ਨੂੰ। ਕੀ ਮਤਲਬ ਉਸ ਚੀਜ਼ ਦਾ? ਤੁਹਾਨੂੰ ਕਿਤੇ ਨਾ ਕਿਤੇ ਡਰ ਹੈ। ਤੁਸੀਂ ਤਮਿਲਨਾਡੂ 'ਚ ਗਏ, ਉੱਥੇ ਕੋਈ ਉਹ ਨਹੀਂ ਹੈ। ਆਪਾਂ ਬ੍ਰੇਕ ਤੇ ਜਾਣਾ ਇੰਦਰ ਜੀ, ਕੀ ਇਹ ਡਰ ਹੀ, ਚਾਹੇ ਉਹ ਕਾਂਗਰਸ ਤੋਂ ਡਰ ਹੈ, ਚਾਹੇ ਉਹ ਵਿਰੋਧੀ ਪਾਰਟੀਆਂ ਤੋਂ ਡਰ ਹੈ, ਚਾਹੇ ਹੁਣ ਮਮਤਾ ਵਰਗਾਂ ਤੋਂ ਡਰ ਹੈ, ਚਾਹੇ ਉਹ ਕਿਸਾਨਾਂ ਤੋਂ ਡਰ ਹੈ, ਦੇਸ਼ ਛੋਰੀ ਫਜੀਅਤ ਤੋਂ ਡਰ ਹੈ, ਕਰੋਨਾ ਦੇ ਫੇਲੀਅਰ ਦਾ ਡਰ ਹੈ, ਇਹ ਡਰ ਉੱਥੇ ਤੱਕ ਲੈ ਜਾਏਗਾ? ਕੀ ਤੁਹਾਨੂੰ ਲੱਗਦਾ ਖੇਤੀ ਕਾਨੂੰਨ ਵਾਪਸ ਹੋਣਗੇ? ਬਿਲਕੁਲ, ਮੈਨੂੰ ਇਹ ਲੱਗਦਾ ਹੈ ਕਿ ਜੇ ਕਿਤੇ ਮਮਤਾ ਬੈਨਰਜੀ ਉੱਥੇ ਆਪਣੀ ਚੀਫ ਮਿਨਿਸਟਰਸ਼ਿਪ ਦਾ ਪਦ ਤਿਆਗ ਦੇ ਔਰ ਸੈਂਟਰ ਸਟੇਟ ਤੇ ਆ ਜੇ, ਤਾਂ ਮੈਨੂੰ ਲੱਗਦਾ ਕਿ ਇਹਨਾਂ 'ਚ ਬਹੁਤ ਖਲਬਲੀ ਮਚ ਜਾਏ। ਸੋ ਇਹ ਖਲਬਲੀ ਕਿੱਥੇ ਤੱਕ ਜਾਂਦੀ ਹੈ? ਇੱਧਰ ਕਿਸਾਨ ਅੰਦੋਲਨ ਕਿੱਥੇ ਤੱਕ ਉਸ ਨੂੰ ਭਜਾਉਣ 'ਚ ਕਾਮਯਾਬ ਹੁੰਦਾ, ਇਹਦੇ ਪਰ ਨਜ਼ਰ। ਪਰ ਪੰਜਾਬ ਦੀ ਰਾਜਨੀਤੀ ਦੀ ਵੀ ਚਰਚਾ ਕਰਨੀ ਬਣਦੀ ਹੈ, ਖਾਸ ਕਰ ਮਨਪ੍ਰੀਤ ਬਾਦਲ ਦਾ ਅਚਾਨਕ ਨਿਰਮਲਾ ਸੀਤਾਰਮਨ ਦੇ ਰੂਪ ਸਾਹਮਣੇ ਆਉਣਾ, ਜਦੋਂ ਕਿ ਪੰਜਾਬ ਦੀ ਕਾਂਗਰਸ ਦੀ ਰਾਜਨੀਤੀ 'ਚ ਮਨਪ੍ਰੀਤ ਅਜੇ ਕਿਤੇ ਨਜ਼ਰ ਨਹੀਂ ਆਉਂਦੇ, ਤੇ ਰੰਧਾਵਾ ਦੇ ਘਰੇ ਫਿਰ ਕੁਸਨ ਬੁਸਰ ਹੋਣਾ। ਇਹ ਵੀ ਵਿਚਾਰ ਕਰਾਂਗੇ, ਪਰ ਸਮਾਂ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਲਈ ਰੁਕਾਂਗੇ, ਹੁਣੇ ਪਰਤਦੇ ਹਾਂ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV। ਵਿਜ਼ਨ ਪੰਜਾਬ TV ਦੇਖ ਰਹੇ ਸਾਰੇ ਦਰਸ਼ਕਾਂ, ਪ੍ਰੋਗਰਾਮ ਚਰਚਾ ਦਾ ਮੁੱਦਾ 'ਚ ਇੱਕ ਵਾਰ ਫਿਰ ਸਵਾਗਤ ਹੈ। ਇੰਦਰਪ੍ਰੀਤ ਜੀ, ਪੰਜਾਬ 'ਚ ਕਾਂਗਰਸ ਦੇ ਘਰੇ ਜਿਹੜੀ ਖਲਬਲੀ ਮੱਚੀ ਆ, ਖਾਸ ਕਰ ਕੁਝ ਲੀਡਰ ਨੇ ਦੇ ਕਹਿ ਰਹੇ ਨੇ ਕਿ ਜਿਹੜੇ ਬਾਹਰਲੇ ਦਲਾਂ 'ਚੋਂ ਆਏ ਲੀਡਰ ਨੇ ਉਹਨਾਂ ਨੂੰ ਮੂਹਰੇ ਨਾ ਕੀਤਾ ਜਾਵੇ, ਚਾਹੇ ਉਹ ਕੈਪਟਨ ਖੇਮੇ 'ਚ ਖੜੇ ਨੇ, ਚਾਹੇ ਉਹ ਕੈਪਟਨ ਤੋਂ ਬਾਹਰ ਖੇਮੇ 'ਚ ਖੜੇ ਨੇ। ਉਹਨਾਂ ਦਾ ਨਿਸ਼ਾਨਾ ਖਾਸ ਕਰ ਸਿੱਧੂ ਨੂੰ ਲੱਗਿਆ ਕਿ ਸਿੱਧੂ ਦੀ ਲੋੜ ਨਹੀਂ, ਸਾਨੂੰ ਨਾਲ ਤੁਰਨਾ ਤੁਰੀ ਜਾਵੇ ਪਰ ਮੂਹਰੇ ਨਹੀਂ ਲਾਉਣਾ। ਤੇ ਮਨਪ੍ਰੀਤ ਕੀ ਇਸੇ ਡਰ ਕਾਰਨ ਚੁੱਪ ਨੇ, ਪਰ ਹੁਣ ਨਿਰਮਲਾ ਸੀਤਾਰਮਨ ਦੇ ਮਾਮਲੇ 'ਚ ਬੋਲੇ ਨੇ। ਦੇਖੋ, ਨਿਰਮਲਾ ਸੀਤਾਰਮਨ ਵਾਲਾ ਜਿਹੜਾ ਇਸ਼ੂ ਹੈ ਉਹ ਪਿਓਰਲੀ ਗਵਰਨਮੈਂਟ ਦਾ ਇਸ਼ੂ ਹੈ, ਔਰ ਉਹਦੇ 'ਚ ਉਹ ਮਨਪ੍ਰੀਤ ਬਾਦਲ ਨੇ ਐਜ਼ ਫਾਈਨਾਂਸ ਮਿਨਿਸਟਰ ਹੀ ਹਾਂ, ਔਰ ਜਿਹੜੇ ਇਸ਼ੂ ਉਠਾਏ ਹੈ ਉਹ ਬੜੇ ਵੈਲਿਡ ਇਸ਼ੂ ਨੇ। ਜੇ ਤੁਸੀਂ ਉਹਨਾਂ ਦਾ ਲੈਟਰ ਦੇਖਿਆ ਹੋਵੇ, 5 ਪੇਜ ਦਾ ਉਹਨਾਂ ਨੇ ਲੈਟਰ ਜਿਹੜਾ ਲਿਖਿਆ ਹੈ, ਉਹਦੇ 'ਚ ਐਕਚੁਅਲੀ ਉਹ 28 ਤਰੀਕ ਦੀ ਮੀਟਿੰਗ ਲਈ ਲਿਖਿਆ ਹੈ। ਪਰਸੋਂ ਮੀਟਿੰਗ ਹੈ ਜਿਹੜੀ GST ਕਾਊਂਸਿਲ ਦੀ, ਉਹਨੂੰ ਲੈ ਕੇ ਲਿਖਿਆ ਉਹਨਾਂ ਨੇ, ਕਿਉਂਕਿ ਉਹ ਜਿਹੜਾ ਏਜੰਡਾ ਭੇਜਿਆ ਉਹਨਾਂ ਨੇ GST ਕਾਊਂਸਿਲ ਦਾ, ਉਹਦੇ ਵਿੱਚ ਇਹ ਜਿਹੜੀ ਕਰੋਨਾ ਮਹਾਮਾਰੀ ਚੱਲ ਰਹੀ ਹੈ ਪੂਰੇ ਕੰਟਰੀ ਦੇ ਵਿੱਚ, ਉਹਨੂੰ ਲੈ ਕੇ ਇੱਕ ਆਈਟਮ ਵੀ ਨਹੀਂ ਹੈ। ਮਨਪ੍ਰੀਤ ਹੋਰਾਂ ਨੇ ਕਿਹਾ ਵੀ ਇੰਨੀਆਂ ਚੀਜ਼ਾਂ ਨੇ, 56 ਦੀ ਲਿਸਟ ਦਿੱਤੀ ਉਹਨਾਂ ਨੇ। ਉਹਨਾਂ 'ਚ ਕਰੋਨਾ ਜ਼ਿਕਰ ਨਹੀਂ ਕੀਤਾ। 56 ਆਈਟਮਸ ਨੇ ਜਿਹਦੇ ਉੱਤੇ ਟੈਕਸਿਸ ਦਾ ਉਹਨਾਂ ਨੇ ਬਿਊਰਾ ਦਿੱਤਾ ਹੈ ਕਿ ਇਤਨਾ ਬੇਸਿਕ ਕਸਟਮ ਡਿਊਟੀ ਲੱਗੀ ਹੋਈ ਹੈ, ਇੰਨੀ ਉਹਦੇ ਤੇ GST ਲੱਗੀ ਹੋਈ ਹੈ, ਇੰਨਾ ਉਸ 'ਤੇ ਸੋਸ਼ਲ ਸਿਕਿਉਰਿਟੀ ਫੰਡ ਲੱਗਿਆ ਹੋਇਆ, ਇਹਨੂੰ ਮਿਲਾ ਕੇ ਇੰਨਾ ਟੈਕਸ ਬਣ ਜਾਂਦਾ ਹੈ। ਤਾਂ ਉਹ ਚਾਹੇ
ਕਿੱਟਾਂ ਬਣਾਉਣ ਵਾਲਾ ਕੱਪੜਾ ਹੋਵੇ, ਚਾਹੇ ਵੈਂਟੀਲੇਟਰ ਹੋਣ, ਚਾਹੇ ਆਕਸੀਜਨ ਕੰਸਟ੍ਰੇਟਰ ਹੋਣ, ਚਾਹੇ ਦਵਾਈਆਂ ਹੋਣ, ਚਾਹੇ ਟੀਕੇ ਹੋਣ, ਚਾਹੇ ਵੈਕਸੀਨ ਹੋਵੇ, ਕੋਈ ਹੋਵੇ, ਉਹ ਸਾਰਾ ਦੀ ਇੱਕ 56 ਦੀ ਲਿਸਟ ਬਣਾ ਕੇ ਉਹਨਾਂ ਨੇ ਦਿੱਤੀ ਹੈ ਵੀ ਇਹ ਨੇ ਇਸ ਤੇ ਇੰਨਾ ਟੈਕਸ ਅਸੀਂ ਮਹਾਮਾਰੀ ਦੇ ਦੌਰਾਨ ਉਹਨਾਂ ਤੋਂ ਵਸੂਲ ਰਹੇ, ਜਿਹੜੇ ਬੰਦੇ ਮੌਤ ਦੇ ਕੰਢਿਆਂ ਤੇ ਪਹੁੰਚੇ ਹੋਏ ਨੇ, ਸਾਹ ਨਹੀਂ ਆ ਰਹੇ ਜਿਹਨਾਂ ਨੂੰ, ਉਹਨਾਂ ਤੋਂ ਅਸੀਂ ਖਿੱਚ ਰਹੇ ਹਾਂ ਪੈਸਾ। ਤਾਂ ਐਟਲੀਸਟ ਅਸੀਂ ਜੇ ਕੁਝ ਹੋਰ ਨਹੀਂ ਕਰ ਸਕਦੇ ਤਾਂ ਇਹ ਜਿਹੜਾ ਪੈਸਾ ਤਾਂ ਘਟਾ ਸਕਦੇ ਆ, ਇਸ ਤਾਂ ਟੈਕਸਿਸ ਤਾਂ ਸਲੈਸ਼ ਕਰ ਸਕਦੇ ਆ ਕਿ ਨਹੀਂ। ਤਾਂ ਇੱਕ ਤਾਂ ਉਹਨਾਂ ਨੇ ਇਹ ਇਸ਼ੂ ਉਠਾਇਆ ਜਿਹੜਾ ਕਿ ਮੈਨੂੰ ਲੱਗਦਾ ਕਿ ਬੜਾ ਇੰਪੋਰਟੈਂਟ ਹੈ, ਔਰ ਉਹਨਾਂ ਨੇ ਕਿਹਾ ਵੀ ਪਿਛਲੇ 1 ਸਾਲ ਤੋਂ ਚੱਲ ਰਿਹਾ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਕਿਸੇ ਵਾਰ ਵੀ ਕਰੋਨਾ ਦਾ ਕੋਈ ਰੱਖਦਾ ਹੀ ਨਹੀਂ, ਏਜੰਡਾ ਹੀ ਨਹੀਂ ਰੱਖਦੇ, ਜਦਕਿ ਜਦੋਂ ਕੰਟਰੀ 'ਚ ਕਰੋਨਾ ਕਰਕੇ ਲੋਕਡਾਊਨ ਲਗਾ ਰਹੇ ਹੋ ਤਾਂ ਫਾਈਨਾਂਸ ਮਿਨਿਸਟਰ ਤਾਂ ਘੱਟੋ ਘੱਟ ਦੱਸੇ ਵੀ ਕੀ ਕਰਨਾ ਮੈਂ, ਆਪਾਂ ਕਰਨਾ ਕੀ ਹੈ, ਆਪਾਂ ਕਰਨਾ ਕੀ ਹੈ। ਜਦੋਂ ਦੇਖੋ GST ਕਾਉਂਸਲ ਕੱਲੀ ਸੈਂਟਰ ਦੀ ਤਾਂ ਹੈ ਨਹੀਂ, ਉਹ 'ਚ ਸਟੇਟ ਵੀ ਤਾਂ ਨਹੀਂ ਭਾਗੀਦਾਰ ਨੇ, ਪੈਸਾ ਸਟੇਟ ਹੀ ਦੇ ਰਹੇ ਨੇ, 75% ਸ਼ੇਅਰ ਸਟੇਟਾਂ ਦਾ। ਤਾਂ ਜਿਹੜੀ ਸਟੇਟਾਂ ਨੇ ਉਹ ਕਿਵੇਂ ਇਸ ਨੂੰ ਚਲਾਉਣਗੀਆਂ? ਤੁਸੀਂ ਸਟੇਟਾਂ ਨੂੰ ਕਿਵੇਂ, ਤੁਸੀਂ ਕਹਿੰਦਾ ਵੀ ਲਾਕਡਾਊਨ, ਪੂਰਾ ਕੰਟਰੀ ਲਾਕਡਾਊਨ, ਤੁਸੀਂ ਸਟੇਟਾਂ ਨੂੰ ਪੁੱਛਿਆ ਹੀ ਨਹੀਂ। ਹੁਣ ਉਹ ਜਿਹੜੀ ਮੰਨ ਲਓ ਜੇ ਕਿਸੇ ਦੇ ਕਰਜ਼ੇ ਦੀਆਂ ਕਿਸ਼ਤਾਂ ਦੇਣੀਆਂ ਨੇ, ਕਿਸੇ ਨੇ ਮਕਾਨ ਬਣਾ ਰਹੇ ਨੇ, ਕੋਈ ਕੁਝ ਕਰ ਰਿਹਾ, ਕੋਈ ਕੁਝ ਕਰ ਰਿਹਾ, ਸਭ ਕੁਝ ਡਾਊਨ ਹੋ ਗਿਆ, ਤਾਂ ਸਟੇਟ ਕੱਲ੍ਹ ਨੂੰ ਚੱਲੇਗੀ ਕਿਵੇਂ? ਇਹ ਬੜੇ ਸਵਾਲ ਨੇ, ਬੁਨਿਆਦੀ ਸਵਾਲ ਨੇ, ਜਿਹੜੇ ਤੁਸੀਂ ਮਤਲਬ GST ਦੀ ਕਾਉਂਸਲ ਦੀ ਮੀਟਿੰਗ 'ਚ ਰੱਖਦੇ ਹੀ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਵੀ ਇਹਦਾ ਸਟਰਕਚਰ ਬੜਾ ਉਹ ਖਰਾਬ ਹੋ ਚੁੱਕਿਆ। ਤੁਸੀਂ ਮਤਲਬ ਜਿਹੜੀ ਇੰਪਲੀਮੈਂਟੇਸ਼ਨ ਕਮੇਟੀ ਹੈ, ਜਿਹੜੇ ਫੈਸਲੇ GST ਕਾਉਂਸਲ ਲੈਂਦੀ ਹੈ, ਉਹ ਫੈਸਲਿਆਂ ਨੂੰ ਜਿਹਨੇ ਲਾਗੂ ਕਰਨਾ ਹੈ, ਉਹ ਟੋਟਲੀ ਸਾਰੇ ਦੇ ਸਾਰੇ ਤੁਸੀਂ ਬਿਊਰੋਕਰੇਟ ਰੱਖੇ ਹੋਏ ਨੇ, ਉਹ ਫੈਸਲੇ ਵੀ ਖੁਦ ਹੀ ਕਰੀ ਜਾ ਰਹੇ ਨੇ ਔਰ ਲਾਗੂ ਵੀ ਆਪ ਹੀ ਕਰੀ ਜਾਂਦੇ। ਸਾਨੂੰ ਸਿਰਫ ਦੱਸਦੇ ਨੇ ਕਿ ਅਸੀਂ ਆਹ ਫੈਸਲਾ ਲੈ ਲਿਆ, ਯਾਨੀ ਕਿ ਸਾਨੂੰ ਇੰਟੀਮੇਟ ਕਰ ਰਹੇ ਆ, ਸਾਡੇ ਤੋਂ ਮਨਜ਼ੂਰੀ ਨਹੀਂ ਲੈ ਰਹੇ, ਜਦਕਿ ਕਾਉਂਸਲ ਤੋਂ ਮਨਜ਼ੂਰੀ ਲੈਣੀ ਹੁੰਦੀ ਹੈ। ਇਸੇ ਤਰ੍ਹਾਂ ਦਾ ਇੱਕ ਇਸ਼ੂ ਸੀਗਾ ਕਿ ਤੁਸੀਂ 2022 'ਚ ਜਿਹੜੀ ਮੁਆਵਜ਼ਾ ਰਾਸ਼ੀ ਆ ਉਹ ਖਤਮ ਕਰ ਦੋਗੇ, ਯਾਨੀ ਕਿ ਜਿਹੜਾ ਅਸੀਂ ਪਹਿਲਾਂ ਸਾਨੂੰ ਸਟੇਟਾਂ ਨੂੰ ਟੈਕਸ ਮਿਲਦਾ ਸੀ ਔਰ ਜਿਹੜਾ ਹੁਣ GST ਤੋਂ ਟੈਕਸ ਮਿਲਦਾ, ਗੈਪ ਸੀ, ਅਗਰ ਉਹ ਘਟਿਆ ਤਾਂ ਉਹ ਗੈਪ ਸੈਂਟਰ ਗਵਰਨਮੈਂਟ ਪੂਰਾ ਖਤਮ ਹੋ ਜਾਣਾ 2022, ਹੁਣ 22 'ਚ ਖਤਮ ਹੋ ਜਾਏਗਾ। ਤਾਂ ਪੰਜਾਬ ਵਰਗੀਆਂ ਸਟੇਟਾਂ ਜਾਂ ਹੋਰ ਪੰਜਾਬ ਜਿੰਨੀਆਂ ਪੰਜਾਬ ਤੋਂ ਅਲੱਗ ਸਟੇਟਾਂ ਨੇ, ਜਿਨ੍ਹਾਂ ਦਾ 30-40% ਟੈਕਸ ਘਟ ਗਿਆ ਹੈ, ਉਹ ਸਰਵਾਈਵ ਕਿਵੇਂ ਕਰਨਗੀਆਂ 2022 ਤੋਂ ਬਾਅਦ? ਉਹ ਇਹਦੇ ਵਿੱਚ ਕੋਈ ਆਈਟਮ ਤਾਂ ਰੱਖੋ ਵੀ ਆਪਾਂ ਡਿਸਕਸ ਕਰੀਏ। ਉਸ ਤੇ 1 ਸਾਲ ਰਹਿ ਗਿਆ ਵੀ ਕੀ ਇਹਨੂੰ ਹੁਣ 2-3 ਸਾਲ ਹੋਰ ਉੱਪਰ ਕਰਨਾ ਹੈ, ਜਾਂ ਇਹਨੂੰ ਸਟੱਡੀ ਵੀ ਕਰਨਾ ਹੈ ਵੀ ਭਾਈ ਕਿਉਂ ਘਟ ਗਿਆ ਇੱਥੇ, ਪੰਜਾਬ ਦਾ ਘਟਣ ਦਾ ਕਾਰਨ ਕੀ ਹੈ, ਵੀ ਆਪਾਂ ਉਹ ਕਾਰਨ ਦੀ ਪੂਰਤੀ ਕਰ ਲਈਏ। ਤੇ ਇਸ ਤਰ੍ਹਾਂ ਦੀ ਕੁਝ ਚੀਜ਼ਾਂ ਡਿਸਕਸ ਕਰਨ ਵਾਲੀਆਂ ਨੇ, ਉਹ ਏਜੰਡੇ 'ਚ ਹੀ ਨਹੀਂ ਹੈ। ਉਹਨਾਂ ਨੇ ਕਿਹਾ ਵੀ ਇਹਨੂੰ ਸੈਪਰੇਟ ਏਜੰਡਾ ਬਣਾਓ ਔਰ ਇਹਦੇ ਵਿੱਚ ਲੈ ਕੇ ਆਓ। ਲੱਗਦਾ ਹੈ ਕਿ ਕੇਂਦਰ ਸੁਣੂ, ਕਿਉਂਕਿ ਕੇਂਦਰ ਨੂੰ ਅੱਜ-ਕੱਲ੍ਹ ਜਵਾਬ ਦੇਣ ਦੀ ਆਦਤ ਨਹੀਂ ਹੈ, ਜਵਾਬ ਨਹੀਂ ਦਿੰਦੇ ਕਿਸੇ ਗੱਲ ਦਾ। ਦੇਖੋ ਪ੍ਰੋਬਲਮ ਕੀ ਹੋ ਰਹੀ ਹੈ ਨਾ ਦੀਪਕ ਜੀ, ਅਸਲ 'ਚ ਮੈਕਸਿਮਮ ਸਟੇਟਾਂ ਦੇ ਵਿੱਚ ਜਿਹੜੀ ਹੈਗੀ ਹੈ ਉਹ BJP ਹੈਗੀ ਹੈ, ਬਹੁਤ ਸਾਰੀਆਂ ਸਟੇਟਾਂ, ਉਹ ਬੋਲਦੇ ਨਹੀਂ, ਉਹਨਾਂ ਦੇ ਤਾਂ ਵਿੱਤ ਮੰਤਰੀ ਕੁਝ ਬੋਲਦੇ ਹੀ ਨਹੀਂ ਹੈ। ਉਲਟਾ ਤਾਂ ਮਨਪ੍ਰੀਤ ਨੂੰ ਕਈ ਵਾਰ ਕਹਿੰਦੇ ਨੇ ਸਾਡਾ ਸਵਾਲ ਤੁਸੀਂ ਕਰ ਦਿਓ। ਹਾਂ, ਬਹੁਤ ਵਾਰੀ ਹੋਇਆ, ਮਨਪ੍ਰੀਤ ਖੁਦ ਹੀ ਕਹਿੰਦੇ ਆ ਵੀ ਯਾਰ ਮੈਨੂੰ ਕਈ ਵਾਰ ਕਹਿੰਦੇ ਆ ਵੀ ਤੁਸੀਂ ਚੱਕ ਦਿਓ, ਅਸੀਂ ਤਾਂ ਚੱਕ ਨਹੀਂ ਪਾਉਂਦੇ। ਇਸੇ ਜਗ੍ਹਾ ਤੇ ਮੈਂ ਜਿਹੜੀ ਤੁਹਾਨੂੰ ਪਹਿਲਾਂ ਵਾਲੀ ਉਹ ਗੱਲ ਕਰ ਰਿਹਾ ਸੀ ਮਮਤਾ ਬੈਨਰਜੀ ਵਾਲੀ, ਮੈਂ ਇਸੇ ਕਰਕੇ ਕਹਿ ਰਿਹਾ ਸੀ ਕਿ ਜਦ ਤੱਕ ਉਹ ਸੈਂਟਰ ਸਟੇਜ ਤੇ ਨਹੀਂ ਆਏਗੀ, ਉਹ ਸਟਾਲਿਨ, ਇੱਧਰੋਂ ਸ਼ਿਵ ਸੈਨਾ ਵਾਲੇ ਜਾਂ ਹੋਰ ਜਿੰਨੇ ਨੌਨ BJP ਸਟੇਟਾਂ ਨੇ, ਜਦ ਤੱਕ ਉਹ ਸਾਰੇ ਇਕੱਠੇ ਹੋ ਕੇ ਇੱਕ ਮਜ਼ਬੂਤ ਉਹ ਨਹੀਂ ਬਣਨਗੇ, ਤਾਂ ਤੱਕ ਇਹ ਜਿਹੀਆਂ ਚੀਜ਼ਾਂ ਨਹੀਂ ਲਾਗੂ ਹੋਣਗੀਆਂ। ਤਾਂ ਇਹ ਬਹੁਤ ਜ਼ਰੂਰੀ ਹੋ ਗਿਆ ਕਿ ਅਸੀਂ ਇਹ ਸਾਰੀਆਂ ਦੀ ਇੱਕ ਧਿਰ ਅਲੱਗ ਤੋਂ ਬਣਾਈਏ, ਉਹਦੀ ਕਮਾਨ ਮਤਲਬ ਜਿਹੜੀ ਹੈ ਮਮਤਾ ਬੈਨਰਜੀ ਕੋਲੇ ਹੋਏ, ਕਿਉਂਕਿ ਦੇਖੋ ਕਾਂਗਰਸ ਕੋਲੇ ਹੁਣ ਕਮਾਨ ਨਹੀਂ ਚੱਲ ਪਾਈ, ਉਹਦਾ ਚਿਹਰਾ ਨਹੀਂ ਹੈ, ਤਾਂ ਲੋਕ ਫਿਰ ਨਿਰਾਸ਼ ਹੋ ਜਾਂਦੇ ਆ। ਉਹਨਾਂ ਨੂੰ ਲੱਗਦਾ ਕਿ ਯਾਰ ਰਾਹੁਲ ਦੀ ਜਗ੍ਹਾ ਤਾਂ ਫਿਰ ਮੋਦੀ ਹੀ ਠੀਕ ਹੈ। ਜਿਹੜੇ ਉਹਨਾਂ ਨੂੰ ਰਾਹੁਲ ਦੀ ਮੋਦੀ ਦੀ ਬਜਾਏ ਮਮਤਾ ਬੈਨਰਜੀ ਦਿਖ ਜੇ ਤਾਂ ਫਿਰ ਉਹ ਉਧਰ ਸ਼ਿਫਟ ਹੋ ਜਾਣਗੇ। ਸੋ ਮੈਨੂੰ ਇਹ ਲੱਗਦਾ ਕਿ ਉੱਥੇ ਇਹ ਇੱਕ ਮਜ਼ਬੂਤ ਧਿਰ ਬਣਾ ਕੇ ਲੜਾਈ ਲੜਨ ਦੀ ਲੋੜ ਪਊਗੀ। ਅਦਰਵਾਈਜ਼ ਫਿਰ ਚਾਹੇ ਉਹ GST ਕਾਉਂਸਲ ਹੋਵੇ, ਉਹ ਕਹਿਣ ਨੂੰ ਹੀ ਫੈਡਰਲ ਹੈ, ਉਹ ਬਿਲਕੁਲ ਕੋਈ ਫੈਡਰਲ ਨਹੀਂ ਹੈ, ਕਿਉਂਕਿ ਤੁਹਾਡੀ ਕੋਈ ਸੁਣਵਾਈ ਨਹੀਂ ਹੈ ਸਟੇਟਾਂ ਦੀ। ਤਾਂ ਜੋ ਉਹਨਾਂ ਨੂੰ ਮਨ 'ਚ ਆਉਂਦੇ ਨੇ ਉਹ ਲਾਗੂ ਕਰਦੇ ਨੇ। ਬਿਲਕੁਲ, ਉਹਨਾਂ ਦੇ ਜੋ ਮਨ 'ਚ ਆਉਂਦਾ ਉਹ ਲਾਗੂ ਕਰਦੇ ਨੇ, ਸੁਣਵਾਈ ਨਹੀਂ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡੇ ਖਿਲਾਫ ਨਾ ਯੂਪੀ 'ਚ ਕੋਈ ਹੈ ਨਾ ਦੇਸ਼ 'ਚ ਕੋਈ ਹੈ। ਸੋ ਉਸ ਦਾ ਬਦਲ ਇੰਦਰਪ੍ਰੀਤ ਹੋਰੀ ਕਹਿੰਦੇ ਕਿ ਜੇਕਰ ਮੋਦੀ ਦੇ ਸਾਹਮਣੇ ਮਮਤਾ ਆ ਕੇ ਖੜੀ ਹੁੰਦੀ ਆ ਤਾਂ ਦੇਸ਼ ਉੱਧਰ ਨੂੰ ਮੋੜਾ ਕਰ ਸਕਦਾ, ਉਸ ਨੂੰ ਚੰਗਾ ਬਦਲ ਮਿਲ ਸਕਦਾ। ਸੋ ਦੇਖਦੇ ਹਾਂ ਕੀ ਸਾਰੀਆਂ ਵਿਰੋਧੀ ਧਿਰਾਂ ਇੱਕ ਝੰਡੇ ਥੱਲੇ ਇਕੱਠੀਆਂ ਵੀ ਹੋ ਸਕਦੀਆਂ ਨੇ, ਨਹੀਂ ਪਰ ਕੇਂਦਰ ਆਪਣੀ ਅੜੀ 'ਤੇ ਹੈ, ਚਾਹੇ ਉਹ ਵਿੱਤ ਵਾਲਾ ਮਾਮਲਾ ਹੋਵੇ, ਚਾਹੇ ਉਹ ਕੇਂਦਰੀਕਰਨ ਵਾਲਾ ਮਾਮਲਾ ਹੋਵੇ, ਚਾਹੇ ਉਹ ਨਿੱਜੀਕਰਨ ਵਾਲਾ ਮਾਮਲਾ ਹੋਵੇ, ਚਾਹੇ ਖੇਤੀ ਕਾਨੂੰਨ ਵਾਲਾ ਮਾਮਲਾ ਹੋਵੇ।
ਪਰ ਵਿਰੋਧ ਜਾਰੀ ਹੈ, ਦੇਸ਼ ਭਰ ਦੇ ਵਿੱਚ ਰੋਸ ਦੀ ਲਹਿਰ ਜਾਰੀ ਹੈ ਤੇ ਅੱਜ ਕਾਲਾ ਦਿਵਸ ਦੇ ਰੂਪ ਦੇ ਵਿੱਚ ਦੇਸ਼ ਭਰ ਦੇ ਸਾਰੇ ਸਵਾਲਾਂ ਦੇ ਰੂਪ ਦੇ ਵਿੱਚ ਕਿਸਾਨੀ ਝੰਡੇ ਥੱਲੇ ਅੱਜ ਰੋਸ ਮਾਰਚ ਹੋ ਰਹੇ ਨੇ। ਵਿਸ਼ਾਲ ਕਾਲੇ ਝੰਡੇ ਲੋਕਾਂ ਦੇ ਘਰਾਂ ਤੇ ਗੱਡੀਆਂ ਤੇ ਸੋਸ਼ਲ ਸਾਈਟਾਂ ਤੇ ਨਜ਼ਰ ਆ ਰਹੇ ਨੇ। ਸੋ ਇਹ ਰੋਸ ਵੀ ਜਾਰੀ ਰਹਿਣਾ, ਸਵਾਲ ਵੀ ਜਾਰੀ ਰਹਿਣੇ, ਸਾਡੀ ਚਰਚਾ ਵੀ ਜਾਰੀ ਰਹਿਣੀ ਹੈ। ਫਿਰ ਪਰਤਾਂਗੇ ਨਵੇਂ ਮਹਿਮਾਨਾਂ ਨਾਲ, ਨਵੇਂ ਵਿਸ਼ਿਆਂ ਨਾਲ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।